सत श्री अकाल जी। स्वागत है जी ਤੁਹਾਡਾ। उम्मीद है मैनू कि ਤੁਹਾਡੀ ਤਿਆਰੀ ਵਧੀਆ ਚੱਲ ਰਹੀ ਹੋਏਗੀ। ਅਸੀਂ ਕੁਝ ਹੋਰ ਕੁਐਸਚਨ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸਕਰੀਨ ਤੇ ਸਭ ਤੋਂ ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈ ਜੀ। ਮੱਧਕਾਲੀਨ ਭਾਰਤ ਵਿੱਚ ਇਹਨਾਂ ਵਿੱਚੋਂ ਕਿਹੜੀ ਖਾਣ ਦੀ ਵਸਤੂ ਬਾਰੇ ਲੋਕ ਨਹੀਂ ਜਾਣਦੇ ਹਨ? ਆਪਸ਼ਨ ਹਨ ਆਲੂ, ਕਾਲੀ ਮਿਰਚ, ਮਿਰਚਾਂ ਜਾਂ ਮੱਕੀ। ਜਿਹੜਾ ਮੱਧਕਾਲੀਨ ਭਾਰਤੀ ਇਤਿਹਾਸ ਦਾ ਮੱਧਕਾਲੀਨ ਯੁੱਗ ਹੈ ਉਹ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਰਿਹਾ। ਇਸ ਦੌਰਾਨ ਇੱਥੇ ਮਸਾਲਿਆਂ ਦਾ ਵਪਾਰ ਕਰਨ ਦੇ ਲਈ ਪੁਰਤਗਾਲੀ ਆਏ। ਪੁਰਤਗਾਲੀਆਂ ਜਦੋਂ ਵਾਰ-ਵਾਰ ਇੰਡੀਆ ਦੇ ਵਿੱਚ ਆਏ ਤਾਂ ਉਹਨਾਂ ਨੇ ਆਪਣੇ ਨਾਲ ਆਲੂ, ਮਿਰਚਾਂ ਅਤੇ ਟਮਾਟਰ ਆਦਿ ਦੇ ਬੀਜ ਲਿਆਂਦੇ। ਪਹਿਲਾਂ ਇਹ ਚੀਜ਼ਾਂ ਭਾਰਤ ਦੇ ਵਿੱਚ ਨਹੀਂ ਹੁੰਦੀਆਂ ਸਨ। ਹਾਂ, ਕਾਲੀ ਮਿਰਚ ਜਿਹੜੀ ਹੈ ਭਾਰਤ ਦੇ ਵਿੱਚ ਪਾਈ ਜਾਂਦੀ ਸੀ, ਪਰ ਬਹੁਤ ਮਹਿੰਗੀ ਹੋਣ ਦੇ ਕਰਕੇ ਜਾਂ ਲੋਕਾਂ ਨੂੰ ਇਹਦੀ ਜਾਣਕਾਰੀ ਨਾ ਹੋਣ ਦੇ ਕਰਕੇ ਇਹਨੂੰ ਖਾਣ ਦੀ ਵਸਤੂ ਬਾਰੇ ਲੋਕ ਨਹੀਂ ਜਾਣਦੇ ਸਨ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਸਹੀ ਕ੍ਰਮ ਦੀ ਪਛਾਣ ਕਰੋ। ਏ, ਬੀ, ਸੀ ਅਤੇ ਡੀ ਚਾਰ ਆਪਸ਼ਨਾਂ ਦੇ ਵਿੱਚ ਸਾਨੂੰ 4 ਵੇਦਾਂ ਦੇ ਨਾਮ ਦਿੱਤੇ ਗਏ ਨੇ। ਅਸੀਂ ਇਹਨਾਂ ਨੂੰ ਇਹ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਵੇਦ ਪਹਿਲਾਂ ਲਿਖਿਆ ਗਿਆ ਅਤੇ ਕਿਹੜਾ ਵੇਦ ਬਾਅਦ ਦੇ ਵਿੱਚ ਲਿਖਿਆ ਗਿਆ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਸਭ ਤੋਂ ਪੁਰਾਣਾ ਵੇਦ ਹੈ ਉਹ ਹੈ ਜੀ ਰਿਗਵੇਦ। ਇਹ ਸਭ ਤੋਂ ਪੁਰਾਣਾ ਹੈ। ਇਹਦੇ ਵਿੱਚ ਦੇਵਤਿਆਂ ਦੀ ਸ਼ਲਾਘਾ ਕਰਨ ਵਾਲੇ 1028 ਭਜਨ ਹਨ। ਉਸ ਤੋਂ ਬਾਅਦ ਸਾਮਵੇਦ ਹੈ। ਇਹ ਰਿਗਵੇਦ ਦੇ ਜਿਹੜੇ ਭਜਨ ਨੇ ਉਹਨਾਂ ਨੂੰ ਗਾਉਣ ਵਾਲੀਆਂ ਜਿਹੜੀਆਂ ਸੰਗੀਤਕ ਧੁਨਾਂ ਨੇ ਉਹਨਾਂ ਦਾ ਵਰਣਨ ਇਹਦੇ ਵਿੱਚ ਕੀਤਾ ਗਿਆ। ਇਹਦਾ ਮਤਲਬ ਕਿ ਸਾਮਵੇਦ ਰਿਗਵੇਦ ਤੋਂ ਬਾਅਦ 'ਚ ਲਿਖਿਆ ਗਿਆ। ਅਤੇ ਯਜੁਰਵੇਦ ਜਿਹੜਾ ਹੈ ਜੱਗ ਅਤੇ ਹਵਨ ਕਰਨ ਦੀ ਵਿਧੀਆਂ ਦਾ ਵੇਦ ਹੈ, ਇਹ ਉਸ ਤੋਂ ਬਾਅਦ ਲਿਖਿਆ ਗਿਆ। ਇਹ ਤਿੰਨੇ ਵੇਦ ਪਹਿਲਾਂ ਲਿਖੇ ਗਏ। ਜਿਹੜਾ ਅਥਰਵੇਦ ਹੈ ਇਹਨਾਂ ਨਾਲੋਂ ਬਿਲਕੁਲ ਡਿਫਰੈਂਟ ਹੈ। ਇਹਨਾਂ ਦੇ ਵਿੱਚ ਜਾਦੂ ਮੰਤਰਾਂ ਅਤੇ ਔਸ਼ਧੀਆਂ ਦਾ ਵਰਣਨ ਕੀਤਾ ਗਿਆ ਹੈ। ਰਿਗਵੇਦ ਤੋਂ ਲੈ ਕੇ ਅਥਰਵੇਦ ਜਿਹੜਾ ਹੈ ਇਹ ਸਾਰੇ 1200 BCE ਤੋਂ ਲੈ ਕੇ 800 BCE ਤੱਕ ਲਿਖੇ ਗਏ ਨੇ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਸੀ, ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵੇਦ। ਅਗਲਾ ਪ੍ਰਸ਼ਨ ਹੈ ਜੀ। ਇਹ ਸ਼ਹਿਰ ਪ੍ਰਾਚੀਨ ਭਾਰਤ ਵਿੱਚ ਮਹੱਤਵਪੂਰਨ ਸੀ ਕਿਉਂਕਿ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਵੱਲ ਵਪਾਰ ਦੇ ਮਹੱਤਵਪੂਰਨ ਰਸਤਿਆਂ ਉੱਤੇ ਸਥਾਪਿਤ ਸੀ। ਹਿੰਦੂਵਾਦ, ਜੈਨ ਮਤ, ਬੁੱਧ ਮਤ ਦਾ ਕੇਂਦਰ ਸੀ। ਕੁਸ਼ਵਾਹਾਂ ਦੀ ਦੂਜੀ ਰਾਜਧਾਨੀ ਸੀ। ਕਲਾ ਦਾ ਮਹਾਨ ਕੇਂਦਰ ਸੀ। ਇਹ ਜਿਹੜਾ ਪ੍ਰਾਚੀਨ ਸ਼ਹਿਰ ਹੈ ਇਹ ਹੈ ਜੀ ਮਥੁਰਾ, ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਭੂਮੀ, ਕਿਉਂਕਿ ਇਹ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਦੇ ਵਪਾਰ ਦੇ ਰਸਤਿਆਂ ਦੇ ਉੱਤੇ ਵੀ ਹੈਗਾ। ਇੱਥੇ ਹਿੰਦੂਵਾਦ, ਜੈਨ ਮਤ, ਬੁੱਧ ਮਤ ਦਾ ਕੇਂਦਰ ਵੀ ਹੈ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਏ ਆਪਸ਼ਨ, ਮਥੁਰਾ। ਅਗਲਾ ਪ੍ਰਸ਼ਨ ਹੈ ਜੀ। ਸ਼ਬਦ ਜ਼ਿਆਰਤ, ਸਿਲਸਿਲਾ, ਖਾਨਕਾਸ, ਮਰੀਦ ਕਿਸ ਪਰੰਪਰਾ ਨਾਲ ਸੰਬੰਧਿਤ ਹੈ? ਆਪਸ਼ਨ ਹਨ ਇਸਲਾਮ, ਸੂਫੀਵਾਦ, ਮਸਜਿਦ ਜਾਂ ਦਿੱਲੀ ਸਲਤਨਤ। ਇਹ ਸਾਰੇ ਸ਼ਬਦ ਜਿਹੜੇ ਨੇ ਸੂਫੀ ਪਰੰਪਰਾ ਨਾਲ ਸੰਬੰਧਿਤ ਨੇ। ਜ਼ਿਆਰਤ ਦਾ ਮਤਲਬ ਹੁੰਦਾ ਹੈ ਸੂਫੀ ਸੰਤਾਂ ਦੀ ਦਰਗਾਹ 'ਤੇ ਜਾ ਕੇ ਮੱਥਾ ਟੇਕਣਾ ਅਤੇ ਆਸ਼ੀਰਵਾਦ ਪ੍ਰਾਪਤ ਕਰਨਾ। ਸਿਲਸਿਲਾ ਦਾ ਮਤਲਬ ਹੈ ਜੇ ਗੁਰੂ ਚੇਲੇ ਦੀ ਪਰੰਪਰਾ ਦੇ ਰਾਹੀਂ ਪੀੜ੍ਹੀ ਦਰ ਪੀੜ੍ਹੀ ਗਿਆਨ ਦਾ ਸੰਚਾਰ ਕਰਨਾ। ਖਾਨਕਾ ਦਾ ਮਤਲਬ ਹੁੰਦਾ ਸੂਫੀਆਂ ਦੇ ਠਹਿਰਨ ਅਤੇ ਇਕੱਠੇ ਹੋਣ ਦਾ ਸਥਾਨ। ਅਤੇ ਮੁਰੀਦ ਦਾ ਮਤਲਬ ਹੁੰਦਾ ਕਿਸੇ ਸੂਫੀ ਗੁਰੂ, ਮੁਰਸ਼ਿਦ ਜਾਂ ਚੇਲੇ ਦਾ ਸ਼ਰਧਾਲੂ ਜੋ ਗੁਰੂ ਤੋਂ ਅਧਿਆਤਮਕ ਮਾਰਗਦਰਸ਼ਨ ਪ੍ਰਾਪਤ ਕਰਦਾ ਹੈ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਸੂਫੀਵਾਦ। ਅਗਲਾ ਪ੍ਰਸ਼ਨ ਹੈ ਜੀ। ਇਹਨਾਂ ਵਿੱਚੋਂ ਕਿਹੜਾ ਕਥਨ ਭਾਰਤ ਵਿਚਲੇ ਸ਼ਿਕਾਰ ਅਤੇ ਜੰਗਲ ਦੇ ਕਾਨੂੰਨਾਂ ਦੇ ਸੰਦਰਭ ਵਿੱਚ ਸਹੀ ਹੈ ਜੀ? ਸਕਰੀਨ ਦੇ ਉੱਤੇ ABCD 4 ਆਪਸ਼ਨ ਦਿੱਤੇ ਗਏ ਨੇ, ਤੁਸੀਂ ਇਹਨਾਂ ਨੂੰ ਪੜ੍ਹ ਸਕਦੇ ਹੋ। ਇਹ ਜਿਹੜੇ ਕਾਨੂੰਨ ਨੇ, ਜਿਹੜੇ ਸ਼ਿਕਾਰ ਅਤੇ ਜੰਗਲ ਦੇ ਸੰਦਰਭ ਦੇ ਵਿੱਚ ਕਾਨੂੰਨ ਨੇ, ਇਹ ਅੰਗਰੇਜ਼ਾਂ ਨੇ 1865 ਤੋਂ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਇਹ ਕਾਨੂੰਨ ਉਹਨਾਂ ਨੇ ਲਾਗੂ ਵੀ ਕੀਤੇ। ਅੰਗਰੇਜ਼ਾਂ ਦੀ ਜਿਹੜੀ ਨੀਤ ਸੀ ਉਹ ਕੀ ਸੀ ਕਿ ਕੀਮਤੀ ਲੱਕੜ ਦੇ ਸਰੋਤਾਂ 'ਤੇ ਕਬਜ਼ਾ ਕਰ ਲਈਏ ਅਤੇ ਜੰਗਲੀ ਉਤਪਾਦਾਂ ਦੇ ਉੱਤੇ ਟੈਕਸ ਲਗਾ ਕੇ ਉਹਨਾਂ ਨੇ ਕੀ ਕੀਤਾ ਕਿ ਜਿਹੜੀ ਜੰਗਲ ਦੇ ਵਿੱਚ ਸ਼ਿਕਾਰ ਕਰਨਾ ਹੈ ਉਹਨੂੰ ਇੱਕ ਖੇਡ ਦੀ ਤਰ੍ਹਾਂ ਸਥਾਪਿਤ ਕਰ ਦਿੱਤਾ। ਜੰਗਲਾਂ ਨੂੰ ਬਚਾਉਣ ਦੇ ਚੱਕਰਾਂ ਦੇ ਵਿੱਚ ਨਹੀਂ ਸਨ, ਉਹ ਇਸ ਦੇ ਵਪਾਰਕ ਲਾਭ ਲੈਣ ਦੇ ਚੱਕਰਾਂ ਦੇ ਵਿੱਚ ਸਨ ਅਤੇ ਭਾਰਤ ਦੇ ਜੰਗਲਾਂ ਦਾ ਉਹਨਾਂ ਨੇ ਸ਼ੋਸ਼ਣ ਕੀਤਾ। ਅੰਗਰੇਜ਼ ਇਹ ਸਮਝਦੇ ਸਨ ਕਿ ਜਾਨਵਰਾਂ ਦੀ ਵੱਡੀ ਗਿਣਤੀ ਜੰਗਲੀ, ਪੁਰਾਣੇ ਅਤੇ ਪਿਛੜੇ ਸਮਾਜ ਦਾ ਚਿੰਨ੍ਹ ਹੈ ਅਤੇ ਇਹਨਾਂ ਜਾਨਵਰਾਂ ਨੂੰ ਮਾਰਨ ਦੇ ਨਾਲ ਭਾਰਤ ਜਿਹੜਾ ਹੈ ਸਿਵਲਾਈਜ਼ ਹੋ ਜਾਏਗਾ, ਸੱਭਿਅ ਹੋ ਜਾਏਗਾ। ਇਸ ਸਵਾਲ ਦਾ ਡੀ ਆਪਸ਼ਨ ਬਿਲਕੁਲ ਸਹੀ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਵਿਜੇਨਗਰ ਨਾਲ ਸੰਬੰਧਿਤ ਨਹੀਂ ਹੈ? ਆਪਸ਼ਨ ਹਨ ਅਮਰਨਾਇਕ ਰਾਏ, ਮਹਾਨਵਮੀ ਟਿੱਬਾ ਅਤੇ ਸ਼ਿਵ ਨਟਰਾਜ ਵਜੋਂ। ਇਹ ਜਿਹੜਾ ਵਿਜੇਨਗਰ ਸਾਮਰਾਜ ਹੈ 14ਵੀਂ ਸਦੀ ਤੋਂ ਲੈ ਕੇ 16ਵੀਂ ਸਦੀ ਦੇ ਵਿਚਕਾਰ ਹੋਇਆ ਅਤੇ ਇਹਦੇ ਵਿੱਚ ਜਿਹੜਾ ਰਾਜਾ ਹੈ, ਰਾਜਿਆਂ ਦੇ ਖਿਤਾਬ ਨੂੰ ਰਾਏ ਕਿਹਾ ਜਾਂਦਾ ਸੀ। ਇਸੇ ਤਰ੍ਹਾਂ ਜਿਹੜਾ ਅਮਰਨਾਇਕ ਹੈ ਇੱਕ ਫੌਜੀ ਕਮਾਂਡਰ ਹੁੰਦੇ ਸਨ ਜਿਨ੍ਹਾਂ ਨੂੰ ਰਾਜੇ ਨੇ ਇੱਕ ਇਲਾਕਾ ਦਿੱਤਾ ਹੁੰਦਾ ਸੀ ਅਤੇ ਉਹਨਾਂ ਦੇ ਵਿੱਚੋਂ ਉਹ ਮਾਲੀਆ ਇਕੱਠਾ ਕਰਕੇ ਰਾਜੇ ਨੂੰ ਦਿੰਦਾ ਸੀ। ਮਹਾਨਵਮੀ ਟਿੱਬਾ ਜਿਹੜਾ ਹੈ ਇਸੇ ਸਾਮਰਾਜ ਦੇ ਵਿੱਚ ਇੱਕ ਉੱਚੀ ਇਮਾਰਤ, ਜਿਹੜਾ ਇੱਕ ਵੱਡਾ ਚਬੂਤਰਾ ਮਿਲਿਆ ਸੀ ਜਿਹਦਾ ਜਿਹੜਾ ਬੇਸ ਹੈ ਉਹ 1100 ਸਕੁਅਰ ਫੁੱਟ ਦਾ ਹੈ। ਸ਼ਿਵ ਨਟਰਾਜ ਵਜੋਂ ਇਹ ਵਿਜੇਨਗਰ ਦੇ ਨਾਲ ਸੰਬੰਧਿਤ ਨਹੀਂ ਹੈ। ਡੀ ਆਪਸ਼ਨ ਇਸ ਸਵਾਲ ਦਾ ਸਹੀ ਜਵਾਬ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਹੰਪੀ ਬਾਰੇ ਗਲਤ ਹੈ? ਆਪਸ਼ਨ ਹਨ ਕ੍ਰਿਸ਼ਨਾ ਤੁੰਗਭਦਰਾ ਬੇਸਿਨ ਵਿੱਚ ਸਥਿਤ ਹੈ। ਇਹ ਜਿਹੜਾ ਉਹੀ ਹੰਪੀ ਹੈ ਜਿਹਦੇ ਬਾਰੇ ਹੁਣ ਗੱਲ ਕੀਤੀ ਸੀ, ਵਿਜੇਨਗਰ ਦਾ ਜਿਹੜਾ ਉੱਚਾ ਚਬੂਤਰਾ ਹੈ।
ਇਹ ਕ੍ਰਿਸ਼ਨਾ ਤੁੰਗਭਦਰਾ ਬੇਸਰ ਦੇ ਵਿੱਚ ਹੀ ਸਥਿਤ ਹੈ ਜੀ। ਇਮਾਰਤਾਂ ਬਣਾਉਣ ਲਈ ਕਿਸੇ ਵੀ ਮਿੱਟੇ ਜਾਂ ਜੋੜਨ ਵਾਲੀ ਚੀਜ਼ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ। ਇਸ ਤਰ੍ਹਾਂ ਦੇ ਜਿਹੜੇ ਸਟਰਕਚਰ ਸਨ ਇਹਨਾਂ ਦੇ ਵਿੱਚ ਇੰਟਰਲੌਕ ਕਰਕੇ ਇੱਟਾਂ ਦੀ ਵਰਤੋਂ ਕੀਤੀ ਜਾਂਦੀ ਸੀ, ਇਹ ਵੀ ਸਹੀ ਹੈ ਜੀ। ਕਰਨਲ ਕੋਲਿਨ ਮੈਕੌਂਗੀ ਵੱਲੋਂ ਇਸ ਦੀ ਤਬਾਹੀ ਉੱਤੇ ਚਾਨਣਾ ਪਾਇਆ ਗਿਆ। ਇਹਦੇ ਬਾਰੇ ਜਿਹੜੇ ਸਭ ਤੋਂ ਪਹਿਲਾਂ ਜਾਣਕਾਰੀ ਹੈ ਇਹ ਕਰਨਲ ਕੋਲਿਨ ਮੈਕੌਂਗੀ ਨੇ ਦਿੱਤੀ ਸੀ। ਇਹ ਤਿੰਨੇ A, B ਅਤੇ C ਇਹ ਤਿੰਨੇ ਹੰਪੀ ਬਾਰੇ ਬਿਲਕੁਲ ਸਹੀ ਨੇ। ਜਿਹੜਾ D ਆਪਸ਼ਨ ਹੈ ਜਿਹਦੇ ਵਿੱਚ ਲਿਖਿਆ ਗਿਆ ਕਿ ਚਿਸ਼ਤੀਆਂ ਦਾ ਇੱਕ ਮਹੱਤਵਪੂਰਨ ਕੇਂਦਰ ਸੀ। ਚਿਸ਼ਤੀ ਜਿਹੜੇ ਨੇ ਇਹ ਸੂਫੀ ਹੁੰਦੇ ਨੇ ਅਤੇ ਸੂਫੀਆਂ ਦੇ ਨਾਲ ਇਸ ਜਗ੍ਹਾ ਦਾ ਕੋਈ ਸੰਬੰਧ ਨਹੀਂ ਹੈ। ਇਹ ਵਿਜੇਨਗਰ ਦਾ ਇਹ ਵਿਜੇਨਗਰ ਦੇ ਨਾਲ ਸੰਬੰਧ ਹੈ ਇਹਦਾ। D ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਸਥਾਈ ਬੰਦੋਬਸਤ ਅਧੀਨ ਜ਼ਿਮੀਂਦਾਰ ਪੈਸੇ ਦਾ ਭੁਗਤਾਨ ਕਿਉਂ ਨਹੀਂ ਕਰ ਸਕੇ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਜਿਹੜਾ ਸਥਾਈ ਬੰਦੋਬਸਤ ਹੈ ਇਹ ਈਸਟ ਇੰਡੀਆ ਕੰਪਨੀ ਦੇ ਗਵਰਨਰ ਜਨਰਲ ਲਾਰਡ ਕਾਰਨਵਾਲਿਸ ਵੱਲੋਂ 1793 ਦੇ ਵਿੱਚ ਬੰਗਾਲ ਦੇ ਵਿੱਚ ਲਾਗੂ ਕੀਤਾ ਗਿਆ। ਉਸ ਤੋਂ ਬਾਅਦ ਇਹ ਬਾਕੀ ਸੂਬਿਆਂ ਦੇ ਵਿੱਚ ਵੀ ਲਾਗੂ ਹੋਇਆ। ਸਥਾਈ ਬੰਦੋਬਸਤ ਨੇ ਕਈ ਸਮੱਸਿਆਵਾਂ ਨੂੰ ਪੈਦਾ ਕੀਤਾ। ਇਹਨਾਂ ਦੇ ਵਿੱਚ ਕੀ ਸੀ ਕਿ ਸਥਾਈ ਬੰਦੋਬਸਤ ਦੇ ਅਧੀਨ ਜ਼ਮੀਨ ਦੇ ਸੁਧਾਰ ਦੇ ਉੱਤੇ ਕੋਈ ਵੀ ਪੈਸਾ ਨਹੀਂ ਸੀ ਲਗਾ ਰਿਹਾ ਅਤੇ ਜਿਹੜਾ ਮਾਲੀਆ ਸੀ ਉਹ ਇੰਨਾ ਜ਼ਿਆਦਾ ਤੈਅ ਕਰ ਲਿਆ ਸੀ ਕਿ ਉਹਨੂੰ ਅਦਾ ਕਰਨਾ ਮੁਸ਼ਕਿਲ ਹੋ ਰਿਹਾ ਸੀ। B ਆਪਸ਼ਨ ਦੇ ਵਿੱਚ ਬਿਲਕੁਲ ਸਹੀ ਹੈ ਜੀ। ਸਥਾਈ ਬੰਦੋਬਸਤ ਨੇ ਸ਼ੁਰੂਆਤ ਵਿੱਚ ਜ਼ਿਮੀਂਦਾਰਾਂ ਦੀ ਕਿਸਾਨਾਂ ਤੋਂ ਕਿਰਾਇਆ ਵਸੂਲਣ ਦੀ ਸ਼ਕਤੀ ਨੂੰ ਸੀਮਿਤ ਕਰ ਦਿੱਤਾ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ B ਆਪਸ਼ਨ। ਅਗਲਾ ਪ੍ਰਸ਼ਨ ਹੈ ਜੀ। ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ੰਕਰ ਬਾਰੇ ਸਹੀ ਨਹੀਂ ਹੈ? ਆਪਸ਼ਨ ਹਨ ਉਹ ਅਦਵੈਤਾ ਦਾ ਪੱਖ ਪੂਰਦਾ ਸੀ, ਬ੍ਰਾਹਮਣ ਅੰਤਮ ਸੱਚ ਗੁਣਾਂ ਨਾਲ ਸੀ, ਸੰਸਾਰ ਇੱਕ ਭਰਮ ਜਾਂ ਮਾਇਆ ਸੀ, ਉਹ 8ਵੀਂ ਸਦੀ ਵਿੱਚ ਕੇਰਲ ਵਿੱਚ ਪੈਦਾ ਹੋਇਆ ਸੀ। ਇੱਥੇ ਸ਼ੰਕਰ ਜਿਸ ਨੂੰ ਆਦਿ ਸ਼ੰਕਰਾਚਾਰਿਆ ਵੀ ਕਿਹਾ ਜਾਂਦਾ ਹੈ ਉਹਦੀ ਗੱਲ ਕਰ ਰਹੀ ਹੈ ਜੀ। 8ਵੀਂ ਸਦੀ ਦੇ ਇਹ ਇੱਕ ਪ੍ਰਸਿੱਧ ਭਾਰਤੀ ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਸਨ। ਉਹ ਅਦਵੈਤ ਵੈਦਾਂਤ ਦੇ ਸਭ ਤੋਂ ਮਹੱਤਵਪੂਰਨ ਪ੍ਰਚਾਰਕਾਂ ਵਿੱਚੋਂ ਇੱਕ ਸਨ। ਅਦਵੈਤ ਦਾ ਮਤਲਬ ਹੁੰਦਾ ਹੈ ਜੀ ਇੱਕ। ਇਸ ਅਨੁਸਾਰ ਜਿਹੜਾ ਹੈ ਬ੍ਰਾਹਮਣ ਨਿਰਗੁਣ ਹੈ ਯਾਨੀ ਕਿ ਗੁਣਾਂ ਤੋਂ ਰਹਿਤ ਹੈ। ਇੱਥੇ ਦਿੱਤੇ ਹੋਏ ਆਪਸ਼ਨਾਂ ਦੇ ਵਿੱਚ ਜਿਹੜਾ B ਲਿਖਿਆ ਹੋਇਆ ਹੈ ਉਹ ਗਲਤ ਹੈ ਜੀ। ਉਹ ਸ਼ੰਕਰ ਬਾਰੇ ਸਹੀ ਨਹੀਂ ਹੈ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ B। ਅਗਲਾ ਪ੍ਰਸ਼ਨ ਹੈ ਜੀ। ਅਸ਼ੋਕ ਦੇ ਸਮੇਂ ਦੇ ਸਿਲਾਲੇਖ ਕਿਸ ਭਾਸ਼ਾ ਵਿੱਚ ਨਹੀਂ ਮਿਲੇ? ਆਪਸ਼ਨ ਹਨ ਪ੍ਰਾਕਿਰਤ, ਸੰਸਕ੍ਰਿਤ, ਆਰਾਮੀ ਜਾਂ ਬ੍ਰਹਮੀ। ਜਿਹੜੇ ਅਸ਼ੋਕ ਦੇ ਸਮੇਂ ਦੇ ਸਿਲਾਲੇਖ ਨੇ ਇਹ ਜ਼ਿਆਦਾਤਰ ਪ੍ਰਾਕਿਰਤ, ਆਰਾਮੀ ਅਤੇ ਯੂਨਾਨੀ ਭਾਸ਼ਾ ਦੇ ਵਿੱਚ ਹਨ। ਇਹਨਾਂ ਨੂੰ ਬ੍ਰਹਮੀ, ਖਰੋਸਟੀ ਅਤੇ ਯੂਨਾਨੀ ਲਿਪੀਆਂ ਦੇ ਵਿੱਚ ਲਿਖਿਆ ਹੋਇਆ ਹੈ ਅਤੇ ਸੰਸਕ੍ਰਿਤ ਦੇ ਵਿੱਚ ਸਿਲਾਲੇਖ ਨਹੀਂ ਮਿਲੇ ਸਨ। B ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਦਿਆਰਾਮ ਸਾਨੀ, ਰਖਲਦਾਸ ਬੈਨਰਜੀ, ਜੌਨ ਮਾਰਸ਼ਲ, ਕਨਿੰਗਮ ਭਾਰਤੀ ਇਤਿਹਾਸ ਦੇ ਕਿਸ ਦੌਰ ਨਾਲ ਸੰਬੰਧਿਤ ਵਿਦਵਾਨ ਹਨ? ਆਪਸ਼ਨ ਹਨ ਹੜੱਪਾ, ਸੰਗਮ, ਵਿਜੇਨਗਰ ਜਾਂ ਹਨੋਮ। ਜਿਹੜੇ ਅਲੈਗਜੈਂਡਰ ਕਨਿੰਗਮ ਨੇ ਇਹਨਾਂ ਨੂੰ ਫਾਦਰ ਆਫ ਇੰਡੀਅਨ ਆਰਕੀਓਲੋਜੀ ਵੀ ਕਿਹਾ ਜਾਂਦਾ। ਜੌਨ ਮਾਰਸ਼ਲ ਜਿਹੜੇ ਨੇ ਇਹ ਡਾਇਰੈਕਟਰ ਜਨਰਲ ਸਨ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ। ਦਿਆਰਾਮ ਸਾਨੀ ਵੀ ਇਹੀ ਸਨ ਡਾਇਰੈਕਟਰ ਜਨਰਲ ਆਫ ਆਰਕੀਓਲੋਜੀਕਲ ਸਰਵੇ ਆਫ ਇੰਡੀਆ। ਹੜੱਪਾ ਸੱਭਿਅਤਾ ਦੀ ਜਿਹੜੀ ਖੋਜ ਹੈ ਇਹਨਾਂ ਦੇ ਅੰਡਰ ਹੋਈ। ਰਖਲਦਾਸ ਜੀ ਜਿਹੜੇ ਨੇ ਇਹ ਆਰਕੀਓਲੋਜੀਕਲ ਸਰਵੇ ਦੇ ਵਿੱਚ ਕੰਮ ਕਰਦੇ ਸਨ ਅਤੇ ਇਹਨਾਂ ਨੇ ਵੀ ਹੜੱਪਾ ਸੱਭਿਅਤਾ ਦੀ ਜਿਹੜੀ ਖੋਜ ਆ ਉਹਦੇ ਵਿੱਚ ਆਪਣਾ ਯੋਗਦਾਨ ਪਾਇਆ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। 1857 ਵਿੱਚ ਭਾਰਤੀ ਸਿਪਾਹੀ ਕੰਪਨੀ ਤੋਂ ਅਸੰਤੁਸ਼ਟ ਕਿਉਂ ਸਨ? ਆਪਸ਼ਨ ਹਨ ਉਹਨਾਂ ਦੀ ਆਮਦਨ ਭੱਤੇ ਅਤੇ ਨੌਕਰੀ ਦੇ ਹਾਲਾਤਾਂ ਵਿੱਚ ਹੁਣੇ ਹੋਇਆ ਵਾਧਾ। 1856 ਤੋਂ ਹਰ ਨਵੇਂ ਸਿਪਾਹੀ ਨੂੰ ਵਿਦੇਸ਼ ਵਿੱਚ ਕੰਮ ਕਰਨ ਦਾ ਵਿਕਲਪ ਦਿੱਤਾ ਗਿਆ ਸੀ। ਦੇਸ਼ ਦੇ ਕਿਸਾਨਾਂ ਦਾ ਗੁੱਸਾ ਜਲਦੀ ਹੀ ਸਿਪਾਹੀਆਂ ਵਿੱਚ ਫੈਲ ਗਿਆ। ਇਹ ਭਾਵਨਾ ਕਿ ਅੰਗਰੇਜ਼ ਆਪਣੇ ਸਮਾਜਿਕ ਰੀਤੀ ਰਿਵਾਜਾਂ ਅਤੇ ਪਰੰਪਰਾਗਤ ਜੀਵਨ ਜਾਂਚ ਦਾ ਪ੍ਰਚਾਰ ਕਰ ਰਹੇ ਸਨ। 1857 ਦੇ ਵਿੱਚ ਜਦੋਂ ਇਹਨਾਂ ਨੇ ਅੰਗਰੇਜ਼ਾਂ ਨੇ ਲੈਂਡ ਰੈਵਨਿਊ ਸਿਸਟਮ ਦੇ ਵਿੱਚ ਕੁਝ ਬਦਲਾਅ ਕੀਤਾ ਉਹਦੇ ਨਾਲ ਜਿਹੜਾ ਦੇਸ਼ ਦੇ ਕਿਸਾਨਾਂ ਦੇ ਵਿੱਚ ਗੁੱਸਾ ਹੋ ਗਿਆ ਅਤੇ ਬਹੁਤੇ ਜਿਹੜੇ ਸਿਪਾਹੀ ਸਨ ਉਹ ਕਿਸਾਨੀ ਬੈਕਗਰਾਊਂਡ ਤੋਂ ਆਉਂਦੇ ਸਨ, ਜਿਹਦੇ ਕਰਕੇ ਦੇਸ਼ ਦੇ ਕਿਸਾਨਾਂ ਦਾ ਗੁੱਸਾ ਜਲਦੀ ਹੀ ਸਿਪਾਹੀਆਂ ਦੇ ਵਿੱਚ ਫੈਲ ਗਿਆ। C ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਵਧਦੇ ਹਾਂ ਜੀ। ਇਹਨਾਂ ਵਿੱਚੋਂ ਕਿਹੜਾ ਨਾਮ ਤੁਸੀਂ ਵੀਰਾਸ਼ੈਵਿਜ਼ਮ ਨਾਲ ਨਹੀਂ ਜੋੜੋਗੇ? ਆਪਸ਼ਨ ਹਨ ਬਾਸਾਵਨਾ, ਅਲਾਮਾ ਪ੍ਰਭੂ, ਅਕਾਹ ਮਹਾਦੇਵੀ, ਸਿਲਾਪੱਡੀਕਰਮ। ਇਹ ਜਿਹੜਾ ਵੀਰਾਸ਼ੈਵਿਜ਼ਮ ਹੈ ਜਿਹਨੂੰ ਅਸੀਂ ਵੀਰਸ਼ੈਵਵਾਦ ਵੀ ਕਹਿੰਦੇ ਹਾਂ, ਇਹ ਜਿਹੜੀ ਇੱਕ ਲਹਿਰ ਹੋਈ ਹੈ ਭਗਤੀ ਲਹਿਰ ਕਰਨਾਟਕ ਦੇ ਵਿੱਚ ਹੋਈ ਹੈ। ਇਹ ਸ਼ਿਵ ਦੀ ਭਗਤੀ ਦੇ ਕੇਂਦਰਿਤ ਸੀ। ਇਹਦੇ ਜਿਹੜੇ ਮਹੱਤਵਪੂਰਨ ਸੰਤ ਹੋਏ ਨੇ ਉਹਨਾਂ ਦੇ ਨਾਂ ਦਿੱਤੇ ਗਏ ਨੇ। ਉਹਨਾਂ ਦਾ ਸਭ ਤੋਂ ਪਹਿਲਾ ਨਾਂ ਇੱਥੇ ਬਸਾਵਨਾ ਹੈ। ਇਹ 12ਵੀਂ ਸਦੀ ਦੇ ਵਿੱਚ ਦਾਰਸ਼ਨਿਕ ਕਵੀ ਅਤੇ ਸਮਾਜਿਕ ਸੁਧਾਰਕ ਹੋਏ ਨੇ। ਇਹ ਇਸੇ ਲਹਿਰ ਦੇ ਨਾਲ ਸੰਬੰਧਿਤ ਸਨ। ਅਲੰਮਾ ਪ੍ਰਭੂ ਇਹ ਵੀ ਇੱਕ ਕਵੀ ਸਨ।
ਇਹ ਵੀ ਇਸੇ ਲਹਿਰ ਨਾਲ ਸੰਬੰਧਿਤ ਸਨ। ਅੱਕਾ ਮਹਾਦੇਵੀ ਇੱਕ ਮਹਿਲਾ ਕਵੀ ਸੀ, ਇਹ ਵੀ ਇਸੇ ਲਹਿਰ ਦੇ ਨਾਲ ਸੰਬੰਧਿਤ ਸਨ। ਪਰ ਜਿਹੜਾ ਸਿਲਾਪੱਡੀਕਰਮ ਨੇ ਇਹ ਇਸ ਲਹਿਰ ਦੇ ਨਾਲ ਸੰਬੰਧਿਤ ਨਹੀਂ ਹਨ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਸਿਲਾਪੱਡੀਕਰਮ, ਡੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਇਹ ਮਸਾਲਾ ਰੋਮਨ ਦੇ ਲੋਕਾਂ ਲਈ ਬਹੁਤ ਕੀਮਤੀ ਸੀ ਅਤੇ ਉਹਨਾਂ ਨੇ ਇਸ ਨੂੰ ਸੋਨੇ ਦੇ ਤੁੱਲ ਰੱਖਿਆ ਸੀ। ਆਪਸ਼ਨ ਹਨ ਲੌਂਗ, ਕਾਲੀ ਮਿਰਚ, ਇਲਾਇਚੀ ਜਾਂ ਤੁਲਸੀ। ਇਹ ਜਿਹੜਾ ਮਸਾਲਾ ਸੀ ਇਹ ਕਾਲੀ ਮਿਰਚ ਸੀ, ਇਹਦੇ ਬਾਰੇ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਬੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅੱਗੇ ਹੈ ਜੀ, ਸ਼ਾਸਕ ਦੀ ਪਛਾਣ ਕਰੋ ਜਿਸ ਨੇ ਆਪਣੇ ਭਵਿੱਖ ਦੀ ਸ਼ੁਰੂਆਤ ਬਿਹਾਰ ਵਿੱਚ ਆਪਣੇ ਚਾਚੇ ਦੀ ਜਗੀਰ ਤੋਂ ਕੀਤੀ। ਉਸਨੇ ਇੱਕ ਮੁਗਲ ਸਾਮਰਾਟ ਨੂੰ ਹਰਾਇਆ। ਉਸਨੇ ਆਪਣਾ ਵੰਸ਼ ਸਥਾਪਿਤ ਕੀਤਾ। ਇਸ ਵੰਸ਼ ਨੇ ਸਿਰਫ 15 ਸਾਲਾਂ ਤੱਕ ਰਾਜ ਕੀਤਾ। ਆਪਸ਼ਨ ਹਨ ਬਲਬਨ, ਸ਼ੇਰ ਸ਼ਾਹ ਸੂਰੀ, ਅਲਾਉਦੀਨ ਖਿਲਜੀ, ਫਿਰੋਜ਼ ਸ਼ਾਹ ਤੁਗਲਕ। ਜਿਹੜਾ ਸ਼ੇਰ ਸ਼ਾਹ ਸੂਰੀ ਸੀ ਇਹ ਇੱਕ ਮਹਾਨ ਯੋਧਾ ਅਤੇ ਸ਼ਾਸਕ ਸੀ ਜਿਸ ਨੇ 1530 ਤੋਂ 1540 ਤੱਕ ਬਿਹਾਰ 'ਤੇ ਰਾਜ ਕੀਤਾ ਅਤੇ 1540 ਤੋਂ 1545 ਵਿੱਚ ਆਪਣੀ ਮੌਤ ਤੱਕ ਹਿੰਦੁਸਤਾਨ ਦਾ ਸੁਲਤਾਨ ਰਿਹਾ। ਉਸ ਨੇ ਮੁਗਲ ਸਾਮਰਾਜ ਨੂੰ ਹਰਾ ਕੇ ਸੂਰ ਸਾਮਰਾਜ ਦੀ ਸਥਾਪਨਾ ਕੀਤੀ ਸੀ। ਇਸ ਸਵਾਲ ਦਾ ਸਹੀ ਜਵਾਬ ਹੋ ਜਾਏਗਾ ਜੀ ਬੀ, ਸ਼ੇਰ ਸ਼ਾਹ ਸੂਰੀ। ਅਗਲਾ ਪ੍ਰਸ਼ਨ ਹੈ ਜੀ, ਜਦ ਡਾਕਟਰ BR ਅੰਬੇਦਕਰ ਨੇ ਦਲਿਤਾਂ ਲਈ ਵੱਖਰੇ ਨਿਰਵਾਚਕ ਮੰਡਲ ਦੀ ਮੰਗ ਕੀਤੀ ਤਾਂ ਗਾਂਧੀ ਨੇ ਮਰਨ ਵਰਤ ਕਿਉਂ ਸ਼ੁਰੂ ਕਰ ਦਿੱਤਾ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। 1932 ਦੇ ਵਿੱਚ ਸਤੰਬਰ ਦੇ ਵਿੱਚ ਗਾਂਧੀ ਜੀ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ। ਉਸ ਵੇਲੇ ਗਾਂਧੀ ਜੀ ਜਿਹੜੇ ਸਨ ਉਹ ਜਰਵਦਾ ਜੇਲ੍ਹ ਪੂਨੇ ਮਹਾਰਾਸ਼ਟਰ ਦੇ ਵਿੱਚ ਸਨ। ਕਾਰਨ ਕੀ ਸੀ ਕਿ ਡਾਕਟਰ ਅੰਬੇਦਕਰ ਵੱਲੋਂ ਦਲਿਤਾਂ ਲਈ ਵੱਖਰੇ ਚੋਣ ਖੇਤਰ ਦੀ ਮੰਗ ਦਾ ਵਿਰੋਧ ਕਰਨ ਵਾਸਤੇ ਇਹਨਾਂ ਨੇ ਮਰਨ ਵਰਤ ਸ਼ੁਰੂ ਕੀਤਾ ਸੀ। ਉਹਨਾਂ ਦਾ ਵਿਚਾਰ ਸੀ ਕਿ ਵੱਖਰਾ ਨਿਰਵਾਚਕ ਮੰਡਲ ਸਮਾਜ ਵਿੱਚ ਇੱਕਮਿਕ ਹੋਣ ਦੀ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ। ਇਸ ਦੇ ਨਤੀਜੇ ਵਜੋਂ ਜਿਹੜਾ ਸੀ ਉਹ ਪੂਨਾ ਪੈਕਟ 24 ਸਤੰਬਰ 1932 ਨੂੰ ਹੋਇਆ, ਜਿਹਦੇ ਵਿੱਚ ਦਲਿਤਾਂ ਨੂੰ ਆਮ ਚੋਣਾਂ ਖੇਤਰਾਂ ਦੇ ਵਿੱਚ ਰਾਖਵੀਆਂ ਸੀਟਾਂ ਦਿੱਤੀਆਂ ਗਈਆਂ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਸੀ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ, ਸਖਤ ਸਤਹ ਜਿਵੇਂ ਪੱਥਰ, ਧਾਤ ਜਾਂ ਮਿੱਟੀ ਦੇ ਭਾਂਡਿਆਂ ਉੱਤੇ ਖੋਦ ਕੇ ਲਿਖੀਆਂ ਜਾਣ ਵਾਲੀਆਂ ਲਿਖਤਾਂ ਨੂੰ ਕੀ ਕਹਿੰਦੇ ਹਨ? ਆਪਸ਼ਨ ਹਨ ਪੈਲੀਓਗ੍ਰਾਫੀ, ਹੱਥ ਲਿਖਤ ਜਾਂ ਅਭਿਲੇਖ ਜਾਂ ਪੁਰਾਤਨ। ਇਸ ਤਰ੍ਹਾਂ ਦੀਆਂ ਜਿਹੜੀਆਂ ਲਿਖਤਾਂ ਨੇ ਉਹਨਾਂ ਨੂੰ ਕਹਿੰਦੇ ਨੇ ਅਭਿਲੇਖ। ਸੀ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਸ਼ਹਿਰ ਨੂੰ ਪਛਾਣੋ। ਇਹ ਸ਼ਹਿਰ ਦੀ ਕੀ ਖਾਸੀਅਤ ਹੈ ਕਿ ਮੱਧਕਾਲੀਨ ਦੌਰ ਦੇ ਵਿੱਚ ਇਹ ਪੱਛਮੀ ਵਪਾਰ ਦੀ ਮੰਡੀ ਸੀ। ਇਸ ਨੂੰ ਮੱਕਾ ਦਾ ਦਰਵਾਜ਼ਾ ਵੀ ਕਿਹਾ ਜਾਂਦਾ ਸੀ। ਪੁਰਤਗਾਲੀ, ਡੱਚ ਅਤੇ ਅੰਗਰੇਜ਼ਾਂ ਦੀਆਂ ਇੱਥੇ ਫੈਕਟਰੀਆਂ ਸਨ। ਇਸ ਦੇ ਕੱਪੜੇ ਪੂਰੇ ਵਿਸ਼ਵ ਵਿੱਚ ਮਸ਼ਹੂਰ ਸਨ। ਆਪਸ਼ਨ ਹਨ ਸੂਰਤ, ਮਹਾਬਲੇਸ਼ਵਰ, ਅਰਿਕਮੇਡੂ ਜਾਂ ਪੁਹਾਰ। ਇਸ ਸਵਾਲ ਦਾ ਸਹੀ ਜਵਾਬ ਹੈ ਜੀ ਸੂਰਤ। ਇਹ ਆਪਸ਼ਨ ਬਿਲਕੁਲ ਸਹੀ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਅਜੰਤਾ ਦੀਆਂ ਚਿੱਤਰਕਾਰੀਆਂ ਬਾਰੇ ਕਿਹੜਾ ਤੱਥ ਗਲਤ ਹੈ? ਆਪਸ਼ਨ ਹਨ ਵੱਧ ਗਿਣਤੀ ਵਿੱਚ ਚਿੱਤਰਕਾਰੀ ਮਸ਼ਾਲ ਦੀ ਰੋਸ਼ਨੀ ਵਿੱਚ ਕੀਤੀ ਗਈ, ਚਟਕੀਲੇ ਰੰਗਾਂ ਦੀ ਵਰਤੋਂ ਕੀਤੀ ਗਈ, ਰੰਗਾਂ ਨੂੰ ਪੌਦਿਆਂ ਅਤੇ ਖਣਿਜਾਂ ਤੋਂ ਬਣਾਇਆ ਗਿਆ, ਕਲਾਕਾਰਾਂ ਨੇ ਹਸਤਾਖਰ ਚਿੱਤਰਕਾਰੀ ਦੇ ਬਿਲਕੁਲ ਸੱਜੇ ਪਾਸੇ ਹਨ। ਇੱਥੇ ਦਿੱਤਾ ਹੋਇਆ ਜਿਹੜਾ ਡੀ ਆਪਸ਼ਨ ਹੈ ਉਹ ਗਲਤ ਹੈ ਕਿਉਂਕਿ ਅਜੰਤਾ ਦੀਆਂ ਪੇਂਟਿੰਗਸ ਤੇ ਕਲਾਕਾਰਾਂ ਦੇ ਦਸਤਖਤ ਨਹੀਂ ਸਨ। ਪ੍ਰਾਚੀਨ ਭਾਰਤੀ ਕਲਾਕਾਰ ਆਪਣੀਆਂ ਰਚਨਾਵਾਂ 'ਤੇ ਬਹੁਤ ਘੱਟ ਹੀ ਦਸਤਖਤ ਕਰਦੇ ਸਨ। ਉਹਨਾਂ ਦਾ ਧਿਆਨ ਕਲਾ ਅਤੇ ਉਸ ਦੇ ਧਾਰਮਿਕ ਮਹੱਤਵ 'ਤੇ ਸੀ, ਨਿੱਜੀ ਪ੍ਰਸਿੱਧੀ 'ਤੇ ਨਹੀਂ ਸੀ। ਇੱਥੇ ਦਿੱਤੇ ਹੋਏ ਆਪਸ਼ਨ ਦੇ ਵਿੱਚੋਂ ਡੀ ਆਪਸ਼ਨ ਜਿਹੜਾ ਹੈ ਉਹ ਸਹੀ ਜਵਾਬ ਹੈ ਜੀ। ਅਗਲਾ ਪ੍ਰਸ਼ਨ ਹੈ ਜੀ, ਇਹਨਾਂ ਵਿੱਚੋਂ ਕਿਹੜਾ ਸਰੋਤ ਮੌਰੀਆ ਇਤਿਹਾਸ ਨੂੰ ਸਮਝਣ ਲਈ ਪ੍ਰਭਾਵੀ ਸਰੋਤ ਨਹੀਂ ਹੈ? ਆਪਸ਼ਨ ਹਨ ਬੁੱਧ ਧਰਮ ਨਾਲ ਸੰਬੰਧਿਤ ਸਰੋਤ, ਸੰਗਮ ਸਾਹਿਤ, ਪੌਰਾਣਿਕ ਸਾਹਿਤ, ਵਿਦੇਸ਼ੀ ਵਿਵਰਣ। ਜਿਹੜਾ ਮੌਰੀਆ ਇਤਿਹਾਸ ਹੈ ਇਹਦੇ ਵਿੱਚੋਂ ਇਹ ਨਾਰਥ ਦੇ ਵਿੱਚ ਮੌਰੀਆ ਸਾਮਰਾਜ ਨਾਰਥ ਦੇ ਵਿੱਚ ਹੋਇਆ, ਅਤੇ ਜਿਹੜਾ ਸੰਗਮ ਸਾਹਿਤ ਹੈ ਇਹ 3 ਪ੍ਰਾਚੀਨ ਤਮਿਲ ਰਾਜਵੰਸ਼ਾਂ ਦੇ ਨਾਲ ਸੰਬੰਧਿਤ ਹੈ। ਇਹ ਕਿਹੜੇ ਰਾਜਵੰਸ਼ ਸਨ? ਇਹ ਸਨ ਚੇਰ, ਚੌਲ ਅਤੇ ਪਾਂਡੇ। ਇਹ ਤਮਿਲਨਾਡੂ ਅਤੇ ਕੇਰਲ ਦੇ ਕੁਝ ਹਿੱਸਿਆਂ 'ਤੇ ਇਹਨਾਂ ਨੇ ਰਾਜ ਕੀਤਾ। ਭਾਵੇਂ ਕਿ ਇਹ ਮੌਰੀਆ ਸਾਮਰਾਜ ਅਤੇ ਸੰਗਮ ਕਾਲ ਜਿਹੜਾ ਹੈ, ਸੰਗਮ ਸਾਹਿਤ ਦਾ ਜਿਹੜਾ ਕਾਲ ਹੈ, ਇਹਨਾਂ ਦਾ ਸਮਾਂ ਇੱਕੋ ਹੀ ਹੈ, ਲਗਭਗ 300 ਈਸਾ ਪੂਰਵ ਤੋਂ ਲੈ ਕੇ 300 ਈਸਵੀ ਤੱਕ। ਪਰ ਇਹਨਾਂ ਦੋਵਾਂ ਦੇ ਵਿੱਚ ਕੋਈ ਸੰਬੰਧ ਨਹੀਂ ਹੈ। ਭੂਗੋਲਿਕ ਦੂਰੀ ਇੱਕ ਨਾਰਥ ਦੇ ਵਿੱਚ ਹੈ, ਇੱਕ ਸਾਊਥ ਦੇ ਵਿੱਚ ਹੈ। ਇਸ ਕਰਕੇ ਸੰਗਮ ਸਾਹਿਤ ਤੋਂ ਸਾਨੂੰ ਮੌਰੀਆ ਇਤਿਹਾਸ ਨੂੰ ਸਮਝਣ ਦੇ ਲਈ ਕੋਈ ਜਾਣਕਾਰੀ ਨਹੀਂ ਮਿਲਦੀ। ਬੀ ਆਪਸ਼ਨ ਇਸ ਸਵਾਲ ਦਾ ਸਹੀ ਜਵਾਬ ਹੈ ਜੀ। ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਸਾਡੀਆਂ ਪੁਰਾਣੀਆਂ ਵੀਡੀਓ ਜ਼ਰੂਰ ਦੇਖਿਓ। ਉਹਨਾਂ ਦੇ ਵਿੱਚ ਬਹੁਤ ਸਾਰੇ ਪ੍ਰਸ਼ਨ ਅਸੀਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ। ਧੰਨਵਾਦ।